नानक तिस जन को सदा नमस्कार। जिवें मावां नूं ने पुत्र प्यारे, भगत प्यारे रब को। जिवें मावां नूं ने पुत्र प्यारे, भगत प्यारे रब को। जिवें मावां नूं ने पुत्र प्यारे, भगत प्यारे रब को। जिवें मावां नूं ने पुत्र प्यारे, भगत प्यारे रब को। जिवें मावां अपने पुत्रां नूं प्यार करदियां ने ना, इसे तरह ही परमात्मा भगतां नूं प्यार करदे ने। आउंदे ने साधु परोपकार करन, आउंदे ने साधु परोपकार करन।
पवन गुरु पानी पिता गुरुदेव किताब जमानत साजी नवाजी सास संगत वाली का खालसा सेवानी मदे आज महापुरुष बाबा संतोष जी ने तसीरी तौर से विषय दाखिल हुए आत्मा उन्होंने हमेशा पीछे ही रही है जिसने प्यार होए ना वो तो कभी छोड़ा नहीं। संत बाबा संतोष सिंह जी बाबा जोरावर सिंह जी बाबा फतेह सिंह जी गुरुदेव माता बुजुर्ग जी नाल था प्यार जिसे भी जाना उन्होंने याद हमेशा जिंदगी कई बार सारी सारी घास सोवर से बैठ के स्मरण करते रहना कले तीसरी बहना या संगत में बैठना संगत में बैठा बैठ के अपना अखा मिल जाने मैं सौ गया ऐसा जा कर पर जब वो संगत में देखा फिर बाबा जी सौ गए चलिए तो संगत चले जाना बाबा जी ने उठ के फिर सरोवर से फिर चले गए सारे इन्ना प्यार सी साहबजादा नाल ते माता नाल ते कहण कसम दी गल कोई साडे सिलेबस तो बाहर निकल दिली प्यार सी रहंदे ही नाल सुना
ਹੁਣ ਤਾਂ ਕਈ ਵਾਕਿਆ ਉਹਨਾਂ ਦੱਸੇ ਕਿ ਉਹ ਸਾਹਿਬਜ਼ਾਦਿਆਂ ਦੇ ਨਾਲ ਸਨ ਜੋ ਦੁੱਧ ਪਿਆਇਆ, ਜੋ ਸ਼ਹੀਦੀ ਸਾਕਾ ਹੋਇਆ, ਉਹ ਬਾਬਾ ਜੀ ਨਾਲ ਵਰਤਿਆ। ਪਹਿਲੀ ਕਿਤਾਬ ਪੜ੍ਹੋ ਤਾਂ ਸ਼ਾਇਦ ਝਾਤੀ ਮਿਲ ਜਾਏਗੀ ਉਹਦੇ ਵਿੱਚ। ਇਹ ਪਿਆਰ ਦੀਆਂ ਗੱਲਾਂ ਨੇ ਸਾਰੀਆਂ, ਜਿਹਦਾ ਜਿਸ ਨੂੰ ਪਿਆਰ ਹੋਵੇ ਤੇ ਵਿਛੜਦਾ ਨਹੀਂ ਹੋਵੇ। ਬਾਬਾ ਜੀ ਨੂੰ ਪਿਆਰ ਸੀ ਸਾਹਿਬਜ਼ਾਦਿਆਂ ਨਾਲ, ਮਾਤਾ ਨਾਲ ਬੇਹੱਦ, ਕਿਰਮ ਕਾਲ ਤੋਂ 4ਵੀਂ ਸਦੀ ਤੋਂ। ਤੇ ਹੁਣ ਸਿਰੀ ਤੋਂ ਛੱਡੋ ਤੋਂ ਵਿਦਾ ਹੋਣ ਤੋਂ ਬਾਅਦ ਹੁਣ ਪਿਆਰਿਆ ਡੇਰੇ ਨਾਲ, ਇਸ ਜਗ੍ਹਾ ਤੁਹਾਡੇ ਨਾਲ, ਸਾਰਿਆਂ ਨਾਲ। ਉਹਨਾਂ ਕਹਿਣਾ ਨਾ ਅਸੀਂ ਚੱਲ ਜਾਣਾ, ਤੁਸੀਂ ਫਿਕਰ ਨਾ ਕਰੋ, ਅਸੀਂ ਸਹੀ ਹਾਂ, ਤੁਹਾਡੇ ਨਾਲ ਹੀ ਹਾਂ ਅਸੀਂ, ਤੁਸੀਂ ਚਿੰਤਾ ਨਾ ਕਰੋ। ਕਿ ਬੜੀ ਵਾਰੀ ਗੱਲ ਕਹੀ, ਉਹ ਹੁਣ ਵੀ ਇਸੇ ਗੱਲ ਹੈ ਯਕੀਨ ਦੀ ਤੇ ਪਿਆਰ ਦੀ। ਮੈਨੂੰ ਛੋਟੀ ਜਿਹੀ 2 ਮਿੰਟ ਦੀ ਘਟਨਾ ਯਾਦ ਹੈ। ਇੱਕ ਗਰੀਬ ਪਰਿਵਾਰ ਸੀ ਸਾਲ 1968 ਦੇ ਵਿੱਚ, ਬੜੀ ਗਰੀਬੀ ਹੁੰਦੀ ਸੀ ਉਦੋਂ, ਮਹਾ ਖਾਣੇ ਦਾਣੇ ਖਾਣ ਜੋਗੇ ਹੁੰਦੇ ਸਨ, ਬੱਚੇ ਤੇ ਗੱਲ ਸੀ। ਇੱਕ ਗਰੀਬ ਪਰਿਵਾਰ ਸੀ, ਉਹਨਾਂ ਨੂੰ ਬੜੇਵੇ ਬੱਚੇ ਦੀ ਦਾਤ ਮਿਲੀ। ਕਿਸਮਤ ਦੀ ਗੱਲ ਹੈ, ਉਹ ਬੱਚਾ ਬੜਾ ਰੋਣਾ, ਛੋਟੇ ਤੋਂ ਰੋਂਦਾ ਨਹੀਂ, ਲੱਗ ਨਹੀਂ ਪੈਂਦਾ। ਜਦੋਂ ਬੱਚਾ ਸਾਲ ਦਾ ਹੋ ਜਾਂਦਾ ਤੇ ਫਿਰ ਮਾਤਾ ਪਿਤਾ ਨੂੰ ਫਿਕਰ ਲੱਗਦਾ ਹੈ ਕਿਉਂ ਰੋਂਦਾ ਹੈ। ਡਾਕਟਰ ਨੂੰ ਵਿਖਾਇਆ, ਕੋਈ ਸਮਝ ਨਹੀਂ ਆਈ। ਉਦੋਂ ਐਕਸਰੇ ਤੇ ਮਸ਼ੀਨਾਂ ਨਹੀਂ ਸਨ ਹੁੰਦੀਆਂ। ਇੱਕ ਸਿਆਣਾ ਡਾਕਟਰ ਮਿਲਿਆ, ਕਹਿੰਦਾ ਮੈਨੂੰ ਲੱਗਦਾ ਕਿ ਦਿਲ ਤੇ ਪ੍ਰੋਬਲਮ ਨਾ ਕੁਛ। ਬੱਚੇ ਨੇ ਪੁੱਛਿਆ, ਬੇਟਾ ਤੈਨੂੰ ਕਿੱਥੇ ਦਰਦ ਹੁੰਦੀ ਹੈ? ਕਹਿੰਦਾ ਜੀ ਇੱਥੇ। ਬੋਲਦਾ ਤਾਂ ਨਹੀਂ ਸੀ ਉਦੋਂ, ਹੱਥ ਲਾਣਾ ਇੱਥੇ। 3-4 ਸਾਲ ਦਾ ਹੋ ਗਿਆ, ਦਰਦ ਵੱਧ ਗਈ। ਮਾਂ ਪਿਓ ਨੇ ਫਿਕਰ ਪਾ ਗਿਆ। ਬੁੱਢੇ ਬੱਚੇ ਪੁੱਤਰ ਮਿਲਿਆ ਗਰੀਬ ਦੀ ਦੌਰੇ ਦੇ ਵਿੱਚ, ਪੈਸਾ ਪਾਲੇ ਕੋ ਹੈ ਨਹੀਂ। ਕਿਸੇ ਡਾਕਟਰ ਸਾਹਿਬ ਨੂੰ ਪੁੱਛਿਆ, ਮਹਾਰਾਜ ਦਰਦ ਦਾ ਕੀ ਹੋਏਗਾ ਇੱਥੇ? ਉਹਨੂੰ ਹਿਸਾਬ ਲਾ ਕੇ ਬੈਠਿਆ ਤੇ ਮਸ਼ੀਨਾਂ ਲਾ ਕੇ, ਜਿਹੜੀਆਂ ਮਸ਼ੀਨਾਂ ਉਸ ਵੇਲੇ ਸੀਗੀਆਂ ਸਾਨੂੰ 1968 ਦੇ ਵਿੱਚ, ਤੇ ਬੱਚੇ ਦਿਲ ਦੇ ਸ਼ੇਕ ਹੈ। ਫਿਰ ਜੀ ਕਿਵੇਂ ਠੀਕ ਹੋਏਗਾ? ਇਹ ਤਾਂ ਰੀਓਪਰੇਸ਼ਨ ਕਰਨਾ ਪਏਗਾ ਕਿਸੇ ਮਹਾ ਡਾਕਟਰਾਂ ਦੇ ਕੋਲੋਂ। ਕਿੰਨਾ ਖਰਚਾ ਆਏਗਾ? ਜੀ ਕੋਈ 3-3.5 ਲੱਖ ਦਾ ਖਰਚਾ ਘੱਟ ਤੋਂ ਘੱਟ ਆਏਗਾ ਸਾਨੂੰ 1968 ਦਾ। 3.5 ਲੱਖ। ਉਦੋਂ ਦੇ 4 ਪੈਸੇ ਨਾ ਬਚਦੇ ਨੇ ਤਨਖਾਹ ਤੋਂ, 300-400 ਤਨਖਾਹ ਮਿਲਣੀ ਬਚਾਉਂਦਾ ਕਿ ਤੇ ਗਰੀਬ ਆਦਮੀ ਨੂੰ 300 ਕਿਸੇ ਹੁੰਦਾ ਨਾਲੇ ਖਾਣ ਜੋਗੇ ਹੋਣੇ ਬਚਤ ਹੁੰਦੀ ਨਹੀਂ ਸੀ। ਛੱਛੋ ਬਜਟ ਜਾ ਕੇ ਸਾਲ ਨਿਕਲਿਆ, ਹੋਰ ਬੱਚਾ ਰੋਣ ਲੱਗ ਪਿਆ ਜ਼ਿਆਦਾ। ਇਹ ਗੱਲ ਆਸੇ ਪਾਸੇ ਇਲਾਕੇ ਹੀ ਫੈਲ ਗਈ ਕਿ ਫਲਾਣੇ ਦਾ ਬੱਚਾ ਜਿਹੜਾ ਬੜਾ ਰੋਂਦਾ ਹੈ, ਆਪਰੇਸ਼ਨ ਕਰਨਾ ਪੈਣਾ, ਪੈਸੇ ਘੱਟ ਹੈ ਨਹੀਂ, ਸਾਥਬੰਦੀ ਗਰੀਬ ਨੇ। ਅਖੀਰ ਇਹ ਗੱਲ ਕਿਸੇ ਡਾਕਟਰ को ਗੁਰਮੁਖ ਡਾਕਟਰ ਪਹੁੰਚ। ਗੁਰਮੁਖ ਸੀ ਦਾ ਪੜ੍ਹ, ਗੁਰਮੁਖ ਹਰ ਜਗ੍ਹਾ ਹਰ ਵੇਲੇ ਹੁੰਦੇ ਨੇ, ਪਰ ਹੁੰਦੇ ਥੋੜੇ ਕਿਤੇ ਟਾਵਾਂ। ਉਹ ਗੁਰਮੁਖ ਸੀ ਡਾਕਟਰ ਕੋਲ ਰੱਬ ਦੇ ਨਾਮ ਵਾਲਾ, ਉਹ ਆਪੇ ਹੀ ਆ ਗਿਆ। ਮਾਂ ਪਿਓ ਨੂੰ ਮਿਲਿਆ, ਗੱਲ ਦਾ ਉਹਨੂੰ ਪਤਾ ਸੀ ਤੇ ਗੱਲ ਬੋਲੀ ਨਹੀਂ ਗਈ। ਦਿਲ ਪਿਆਰ ਕਰਦੇ ਕਿ ਡਾਕਟਰ ਜੀ ਕੀ ਕਰ? ਕਹਿੰਦੇ ਬਾਬਾ ਜੀ ਤੁਹਾਡੀ ਤਰੀਕ ਦਾ ਮੈਨੂੰ ਪਤਾ ਲੱਗਾ, ਮੈਂ ਡਾਕਟਰ ਆ ਕੇ ਸੇਵਾ, ਮੇਰੇ ਕੋਲ ਜਿੰਨੀ ਮਦਦ ਮੈਂ ਕਰਾਂ, ਪਰ ਇੰਨਾ ਖਰਚਾ ਹੋਣਾ ਤੁਸੀਂ ਦੇ ਸਕੋਗੇ? ਕਹਿੰਦੇ ਜੀ ਨਹੀਂ। ਕਿੰਨਾ ਕੁ ਤੁਸੀਂ ਬੰਦੋਬਸਤ ਕਰ ਲਓਗੇ? ਕਹਿੰਦੇ ਜੀ ਵੱਧ 6 ਜਾਂ 7 ਹਜ਼ਾਰ। ਇਹ ਤੋਂ ਵੱਧ ਕਿਸੇ ਰਿਸ਼ਤੇਦਾਰ ਵੀ ਗਰੀਬ ਨੇ ਸਾਰੇ, ਗਰੀਬਾਂ ਦਾ ਕੋਈ ਨਹੀਂ ਮੰਨਦਾ ਸੋਏਗਾ। ਉਦੋਂ ਦਵਾਈ ਲੱਗਦੀ, ਗਰੀਬਾਂ ਦਾ ਰੱਬ ਹੀ ਹੈ, ਹੋਰ ਕੋਈ ਨਹੀਂ। ਡਾਕਟਰ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਤੁਹਾਨੂੰ ਸੋਚ ਕੇ ਦੱਸਣਾ। ਰੱਬ ਦੇ ਨਾਮ ਆ ਡਾਕਟਰ ਸੀ, ਜਾ ਕੇ ਸਮਾਧੀ 'ਚ ਬੈਠ ਗਿਆ। ਦੂਜੇ ਦਿਨ ਫਿਰ ਆਇਆ, ਕਹਿੰਦਾ ਬੀਬੀ ਜੀ ਇੱਕ ਕੰਮ ਕਰਿਓ, ਤੁਹਾਡੇ ਕੋਲ ਤਾਂ ਤੁਹਾਡੇ ਰਿਸ਼ਤੇਦਾਰ ਕੋਲ ਜਿੰਨਾ ਕੋਈ ਪੈਸਾ ਹੈਗਾ ਉਹਨੂੰ ਇਕੱਠਾ ਕਰਕੇ ਦੇ ਦਿਓ, ਜਿੰਨਾ ਵੀ ਹੋ ਸਕਦਾ ਮੈਂ ਇਹਦਾ ਆਪਰੇਸ਼ਨ ਕਰ ਦੇਣਾ। ਬਾਕੀ ਜਿੰਨਾ ਪੈਸਾ ਹੈ ਮੈਨੂੰ ਜ਼ਿੰਦਗੀ 'ਚ ਜਦੋਂ ਫਰਜ਼ ਹੋਈ ਦੇ ਦਿਓ, ਜੇ ਹੋਏਗੀ ਦੇ ਦਿਓ, ਨਹੀਂ ਹੋਈ ਤਾਂ ਵੀ ਨਾ ਦਿਓ। ਉਹ ਮਾਂ ਪਿਓ ਰੋਣ ਲੱਗ ਪਏ ਕਿ ਇਹੋ ਜਿਹੇ ਬੰਦੇ ਵੀ ਹੈ ਨੇ, ਆਪਣੇ ਕੋਲ ਖਰਚਾ ਕਰਕੇ ਰਸ ਲਾ ਕੇ ਤੇ ਸਾਡੇ ਬੱਚੇ ਦਾ ਇੰਨਾ ਭਾਰ ਹੋਈਦੇ ਨੇ। ਉਹ ਡਾਕਟਰ ਦਾ ਕਹਿਣਾ ਚਾਹੇ ਦੋ ਬੱਚੇ ਦਾ ਮਾਂ ਪਿਓ ਕਿਸੇ ਕਰੋ ਆ ਸਾਡੇ ਕੋਲ ਕੋਈ 6000 ਰੁਪਏ ਹੈਗਾ, ਇਹ ਲੈ ਲਓ ਤੇ ਤੁਹਾਡੇ ਕਿਸੇ ਕੰਮ ਆਵੇਗਾ। ਸਾਡੇ ਕੋਲ ਹੋਰ ਹੈ ਨਹੀਂ, ਜੋ ਹੋ ਗਿਆ ਤਾਂ ਬੰਦੋਬਸਤ ਕਰ ਦਿਆਂਗੇ।
डॉक्टर ने डेट दस दी फलाने फलाने दिन तुसी मेरे हस्पताल लै आओ ते बच्चे नूं कोई गल दसी सी बच्चा जो रोवे ते मां ने कहा मां नूं दर्द बड़ी हुंदी है ते मां बड़ी सियाणी सी रब दे नाम वाली उन्हें कहा पुत्र तू बाबा जी नूं कह वो कहंदा किहड़े बाबा जी नूं कहंदा रब नूं कह माता रब किथे है ते मां सियाणी सी उन्हें कहा रब तेरे दिल दे विच है ते मां दिल किथे है उन्हें कहना खब्बे पासे जिदा यहाँ कहना दिल खा के वेखिया आ खब्बे पासे और जदों उन्हें पीड़ होनी ज्यादा होनी मां ने की करना पानी आका पानी का घुट पी लै लूण वाला पानी तो मारा आ पी लै ते रब नूं कह वो बच्चे ने रोना ज्यादा पीड़ होनी कहना पुत्र तू रब नूं कह वो तेरी पीड़ बंद करेगा मां रब किथे है पुत्र तेन आखना रब तेरे दिल दे विच बैठा है दिल किसे वे किन्ने क्या दिल तेरा रब इसे बैठा रब नूं कह रब पीड़ बंद कर दे बच्चे दिल कर करके कि रब मेरे अंदर दिल च बैठा है ते मैनूं जदों उन्हें तकलीफ होनी उन्हें रब नूं कहना रब मैनूं बड़ी पीड़ हो रही है अज जब दर्द होनी उन्हें रोना बच्चे ना कहना रब जी मैनूं बहुत पीड़ हो रही है पीड़ मठी कर दे हुण डॉक्टर साहब भी आ गए लिखे हुए दिन से ऑपरेशन से लै गए आम डॉक्टर मरीज नूं पुछदे ने काका की गल है कहंदा जी दर्द हुंदी है पुत्र किथे हुंदी है कहंदे जी दिल से केड़ी जगह है जिसे रब बैठा उसे रब किसे बैठा महाराज इसे जिसे रब बैठा उसे ही दर्द हो रही है अच्छा डॉक्टर भी सोची पै गया इन्ना बच्चा पक्का रोज ही यहो जवाब जिसे रब बैठा उसे दर्द हो रही है रब किसे बैठा इसे दिल से लाना हाथ जो मां ने सिखाया वैसे वो दिन ऑपरेशन शुरू हो गया ऑपरेशन हो गया 3,500-4,000 रुपया लैके मां पे को डॉक्टर गुरमुख ने ऑपरेशन करता ऑपरेशन तो ओटी तो जो डॉक्टर बाहर आया 2.5-3 घंटे बाद अपने दो दोस्तों के नाल ते रो गया ओटी तो बाहर निकलता ही मां प्यो का करना ढक वो हैरान असीं पैसा नहीं दिता अपने को पैसा ला के इन्हें इलाज किया अज साढ़े चल कोई डॉक्टर साहब केड़ी गलती हो गई गलती नहीं अज तुस मैं वो चीज देती है जिंदगी दे नहीं सकता कदे भी पैसा दो मां ही कहती डॉक्टर साहब केड़ी चीज है मां जो तू अपने मुंडे दिता आज मैनू मिल गया मां की पैसा मिल गया तेन मां नहीं आज मैनू रब मिल गया मैं जो बच्चे का ऑपरेशन किया ओदे दिल में रब बैठा सी साक्षात मैनू ओदा दर्शन हो गए ते मैनू दर्शन कितने पैसा ना होना आज मां तेरी दौलत मैनू रब का दर्शन हो गया ना हुण मैं पैसा नहीं रहना कोई नहीं हुण मेरे तो तू सिर ते हाथ रख ये रब मेरे नाल रवे जो तेरे मुंडे का कोल है ये मेरे को रवे मेरे से कोशिश कर साथ संगत बाबा जी के नाल साहबजादे ते माता रहे ने हुण बाबा जी इसे ने साडे नाल ये सेवा करांगे भावनी के नाल ते बाबा जी हमेशा जिद्दां कहा करदा असीं तुहाडे नाल हां चिंता ना करियो तुहाडे सारे कार्य होणगे फिक्र ना करो असीं तुहाडे कोल इत्थे ही हां जाओ ना किते कहने का मतलब पुत्रो मैं तुहाडे नाल जिदा रब बच्चे के नाल सी बाबा जी संगत के नाल हर वेले कोल हन अज साथ संगत मौका है बसिया दिन है सारा दिन एक सेकंड भी एक मिनट भी बाबा जी ध्यान तो आसे पासे ना होया पता नहीं किहड़ी दात मिल जाए पता नहीं बाबा जी खुश होकर की दे देन अज का दिन है ना निंदा ना चुगली ना गल्लां सिर्फ सेवा ते सिमरन सिर्फ सेवा ते सिमरन वीरों कमाओगे तो खर्च जाओगे ये सामभ लो तुसा हुणे अखाड़ा का कोल बाज ने इंशाअल्लाह इस तो बाद सुख हासिल होंगे सुख हासिल तो बाद महाराज का एक सूख उत्ते हाथ जाएगा तकरीबन 10 बजे कीर्तन आरंभ होएगा जो शाम 4 बजे तक चलेगा 10 तो लैके 4 बजे तक कोई भी
बाबा जी का सेवक ये कहा कि मेरे बाबा जी ने मैं बाबा जी का सेवक हाँ वो बाहर नहीं फिरना चाहिए ना बाहर कंपाउंड के जैसे नजर आवे या सेवा करता हो या नाम जपता हो उस तरह फालतू करानी पता नहीं बाबा जी ने केड़े कैमरे लाए ने अरे सोचो जो कैमरे लाए ने ये टीवी से खाने वास्ते नहीं वो ਤੁਹਾਨੂੰ ਵੇਖਣ ਵਾਸਤੇ ਸਾਨੂੰ ਸਾਰਿਆਂ ਨੂੰ ਵੇਖਣ ਵਾਸਤੇ ਕਿਤੇ ਉਹ ਹੋਵੇ ਕਿ ਬਾਬਾ ਜੀ ਵੇਖਿਆ ਤੁਹਾਡਾ ਧਿਆਨ ਹੀ ਉਸ ਪਾਸੇ ਹੋਵੇ ਅੱਜ ਇਸ ਮੌਕੇ ਨੂੰ ਸਾਹਮਣੇ ਇਸੇ ਨਾਲ ਮੈਂ ਗੁਜ਼ਾਰਿਸ਼ ਕਰਨਾ ਸਾਧ ਸੰਗਤ ਸੋਖਾ ਸੁਣ ਤੋਂ ਬਾਅਦ ਹੁਣ ਜਦ ਸਰੂਪ ਜਾਣਗੇ ਤੇ ਹਾਲ ਦਰਬਾਰ ਅੱਗੇ ਅੱਗੇ ਪਾਣੀ ਦਾ ਛਕਾਓ ਮਗਰ ਫੁੱਲਾਂ ਦਾ ਛਕਾਓ ਫਿਰ ਮਗਰ ਬਾਬਾ ਜੀ ਤੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਤੇ ਨਾਲ ਆਪ ਸਾਰੀ ਸੰਗਤ ਜਾਂਦਿਆਂ ਹੀ ਕੀਰਤਨ ਹੋਵੇਗਾ ਇਹ ਦਰਬਾਰ ਸ਼ਾਮ 4 ਵਜੇ ਤੱਕ ਚੱਲੇਗਾ 4 ਵਜੇ ਤੋਂ ਬਾਅਦ ਪ੍ਰਸ਼ਾਦ ਤੋਂ ਬਾਅਦ ਐਸਾ ਕੰਪਾਊਂਡ ਚ ਹਮੇਸ਼ਾ ਦੀ ਤਰ੍ਹਾਂ ਗਟਕਾ ਹੋਵੇਗਾ ਤੇ ਉਹ ਗਟਕਾ ਦੇਖਣ ਤੋਂ ਬਾਅਦ ਪ੍ਰਸ਼ਾਦ ਲੈ ਕੇ ਲੰਗਰ ਛਕ ਕੇ ਫਿਰ ਤੁਸੀਂ ਘਰਾਂ ਨੂੰ ਚਾਲੇ ਪਾ ਸਕਦੇ ਹੋ ਉਸ ਤੋਂ ਪਹਿਲਾਂ ਪੰਜਾਬ ਦੇ ਕਿ ਬਾਬਾ ਜੀ ਦੀ ਯਾਦ ਜਦੋਂ ਨਾ ਵਿਸ ਗਏ ਨਾ ਭੁੱਲੇ ਨਾ ਭੁਲਾਇਓ ਅੱਜ ਦਾ ਇਹ ਹੋਈ ਹੈ ਅਗਰ ਸਾਂਭ ਲਿਆ ਅਸੀਂ ਤੇ ਸਿੰਘੋ ਉਹਦਾ ਸਾਰੀ ਉਮਰ ਦੀ ਕਮਾਈ ਸਾਡੇ ਅੜਚੋਲੀ ਕਰ ਦੇਵੇ ਪਰਮਾਤਮਾ ਕਰੇ ਸਾਨੂੰ ਵੀ ਸਮਝਾ ਦੇਵੇ ਇਹਨਾਂ ਸ਼ਬਦਾਂ ਨਾਲ ਹੀ ਸਮੂਹ ਵਾਈ ਸਾਹਿਬ ਦੇ ਉਦਾਸ ਇਹ ਕਰੀ ਤਹਿ ਦਿਲੋਂ ਧੰਨਵਾਦ ਕਰਦਾ ਜਿਹਨਾਂ ਘਰਾਂ ਦੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਅੱਜ ਹਾਜ਼ਰੀਆਂ ਭਰੀਆਂ ਨੇ ਬਾਬਾ ਜੀ ਦੇ ਵੇੜੇ ਬਾਬਾ ਜੀ ਦੱਸਦੇ ਪਰਮਾਤਮਾ ਆਇਆ ਸਫਲ ਕਰੇ ਆਪਦੀਆਂ ਝੋਲੀਆਂ ਭਰਪੂਰ ਮਾਜ ਕਰਨ ਨਾਮ ਦੀ ਦਾਤ ਦੇਣ ਆਪ ਨੂੰ ਘਰਾਂ ਦੀ ਸੁੱਖ ਸ਼ਾਂਤੀ ਬਖਸ਼ਾ ਵਰਤੇ ਹਰ ਵੇਲੇ ਪਰਮਾਤਮਾ ਕਰੇ ਆਪ ਜੀ ਸਦਾ ਸੁਖੀ ਰਹੋ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ 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 ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਪਤਾ ਕੇ ਅਰਦਾਸ ਹਮਾਰੀ ਜੀ ਉਤਨ ਸਾਥ ਵਡਿਆਈ ਕੋਈ ਨਾ
जाने मेरा एक ओंकार वाहिगुरु जी की फतेह। श्री भगत सिंह जी सभाए वार श्री भगत सिंह जी की पातशाही राजनी प्रथम भगत सिंह सिमर कै गुरु नानक लई ध्याए बिन अंगद गुर ते अमरदास रामदास मुनि सहाय अर्जन हर गोबिंद नु सिमरो श्री हर राय श्री हर कृष्ण ध्याई है जिस बिठै सब दुख जाए तेग बहादुर सिमरे घर नाम ते आवे धाए सब थाई होए सहाय दसवां पातशाह श्री गुरु गोबिंद सिंह साहब जी महाराज सब थाई होए सहाय दसां पातशाहियां दी आत्मक जोत ਸਾਹਿਬ श्री गुरु ग्रंथ साहिब जीआं दे पाठ दर्शन दीदार दा ध्यान करती खालसा जी साहिब बोलना जी ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਸਤਿਗੁਰੂ ਧੰਨ ਧੰਨ ਸਾਹਿਬ श्री गुरु ग्रंथ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਪਿਛਲੇ ਕਈ ਦਿਨਾਂ ਤੋਂ ਮਹਾਂਪੁਰਸ਼ਾਂ ਦੀਆਂ ਮਿੱਠੀਆਂ ਯਾਦਾਂ ਨੂੰ ਬਣਾਉਂਦੇ ਹੋਏ ਪਾਤਸ਼ਾਹ ਜੀ ਵਾਸਤੇ ਦੇ ਸੰਬੰਧ ਅੰਦਰ श्री अखंड पाठ साहिब जी ਦੀਆਂ ਲੜੀਆਂ ਪ੍ਰਾਰੰਭ ਹੋਈਆਂ ਸਨ। ਪਾਤਸ਼ਾਹ ਜੀ ਇਸ ਸਮੇਂ ਆਪ ਜੀ ਦੀ ਮਹਾਨ ਕਿਰਪਾਲਤਾ ਰਹਿਮਤ ਦਾ ਸਦਕਾ ਨਿਰਵਿਘਨਤਾ ਸਾਹਿਬ ਸਮਾਪਤੀ ਉਪਰੰਤ ਸ੍ਰੀ ਸੁਖਾਸਨ ਸਾਹਿਬ ਜੀ ਦੀ ਸੇਵਾ ਕੀਤੀ ਗਈ ਹੈ। ਸਮੁੱਚੀ ਸੇਵਾ ਨਿਭਾਉਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਗਾਂ ਵਾਸਤੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੇ ਸੁੱਧ ਸੇਵਾ ਕਰਨ ਦੇ ਬਾਅਦ ਉਸਨੂੰ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ। ਆਪ ਜੀ ਦਾ ਪਵਿੱਤਰ ਸਵਾਰਾ ਸਾਹਿਬ ਸੱਚਖੰਡ ਸਥਾਨਾਂ ਨੂੰ ਲਿਜਾਣ ਦੀ ਆਗਿਆ ਬਖਸ਼ਿਸ਼ ਕਰੋ। ਪਾਤਸ਼ਾਹ ਜੀ ਉਪਰੰਤ ਖੁੱਲੇ ਪੰਡਾਲ ਅੰਦਰ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਪਾਤਸ਼ਾਹ ਜੀ ਦੀਵਾਨ ਸਜਣੇ ਹਨ ਕਿਰਪਾ ਕਰਨੀ। ਆਪ ਜੀ ਨੇ ਦੀਵਾਨ ਹਾਰ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ Amen.